ਸਭ ਤੋਂ ਪਹਿਲਾਂ ਪੀਰ ਬੰਦਗੀ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ। ਸੰਗਤ ਜੀ, ਉਮੀਦ ਕਰਦੇ ਹਾਂ ਕਿ ਇਹ ਦੀਵਾਲੀ ਦਾ ਤਿਉਹਾਰ ਤੁਹਾਡਾ ਸੁੱਖ ਭਰਿਆ ਬੀਤਿਆ ਹੋਵੇਗਾ ਅਤੇ ਇਹ ਦੀਵਾਲੀ ਤੁਹਾਡੇ ਘਰ ਖੁਸ਼ੀਆਂ ਖੇੜੇ ਲੈ ਕੇ ਆਈ ਹੋਵੇਗੀ। ਸੋ ਫਿਰ ਸੰਗਤ ਜੀ, ਆਪਣਾ ਜੋ ਅੱਜ ਦਾ ਵਿਸ਼ਾ ਹੈ ਇਹ ਉਹਨਾਂ ਭਗਤਾਂ ਲਈ ਹੈ, ਉਹਨਾਂ ਲੋਕਾਂ ਲਈ ਹੈ ਜੋ ਪੀਰਾਂ ਨੂੰ ਮੰਨਦੇ ਹਨ ਅਤੇ ਆਪਣੇ ਘਰ ਵਿੱਚ ਪੀਰਾਂ ਦੇ ਚਿਰਾਗ ਰੋਸ਼ਨ ਕਰਦੇ ਹਨ ਜਾਂ ਆਪਣੇ ਘਰ ਵਿੱਚ ਪੀਰਾਂ ਦੀਆਂ ਤਸਵੀਰਾਂ ਲਗਾਉਂਦੇ ਨੇ। ਸੰਗਤ ਜੀ, ਚਾਹੇ ਤੁਹਾਨੂੰ ਪੀਰਾਂ ਦੀਆਂ ਤਸਵੀਰਾਂ ਲਗਾਉਂਦੇ, ਚਿਰਾਗਾਂ ਲਗਾਉਂਦੇ ਸਾਲਾਂ ਸਾਲ ਹੋ ਗਏ ਹਨ, ਪਰ ਅੱਜ ਦਾ ਜੋ ਵਿਸ਼ਾ ਹੈ ਜਿਸ ਵਿੱਚ ਆਪਾਂ ਕੁਝ ਗਲਤੀਆਂ ਬਾਰੇ ਗੱਲ ਕਰਾਂਗੇ ਜੋ ਅਕਸਰ ਪੀਰਾਂ ਦੇ ਹੀ ਭਗਤ ਕਰਦੇ ਹਨ। ਜਾਂ ਤਾਂ ਸੰਗਤ ਜੀ, ਇਹ ਗਲਤੀ ਚਿਰਾਗ ਰੋਸ਼ਨ ਕਰਨ ਵਿੱਚ ਹੋ ਸਕਦੀ ਹੈ, ਜਾਂ ਫਿਰ ਕਹਿ ਲਓ ਅਸੀਂ ਚਿਰਾਗਾਂ ਵਾਲੇ ਕਮਰੇ ਵਿੱਚ ਜਿਸ ਵੀ ਕਮਰੇ ਵਿੱਚ ਅਸੀਂ ਪੀਰਾਂ ਦੀ ਬੰਦਗੀ ਕਰਦੇ ਹਾਂ ਤਾਂ ਕੁਝ ਅਜਿਹੀਆਂ ਮੋਟੀਆਂ-ਮੋਟੀਆਂ ਗਲਤੀਆਂ ਨੇ ਜੋ ਤਕਰੀਬਨ ਸਾਰੇ ਹੀ ਭਗਤ ਕਰ ਦਿੰਦੇ ਨੇ। ਕਿਉਂਕਿ ਸੰਗਤ ਜੀ, ਭਗਤ ਦੇ ਮਨ ਵਿੱਚ ਪੀਰਾਂ ਲਈ ਪ੍ਰੇਮ ਸਤਿਕਾਰ ਪੂਰਾ ਹੁੰਦਾ ਹੈ, ਉਹਨਾਂ ਦਾ ਭਰੋਸਾ ਵੀ ਪੂਰਾ ਹੁੰਦਾ ਹੈ। ਪਰ ਸਮੱਸਿਆ ਇੱਥੇ ਖੜੀ ਹੋ ਜਾਂਦੀ ਹੈ ਕਿ ਜਦੋਂ ਅਸੀਂ ਇਹ ਨਹੀਂ ਸਮਝ ਪਾਉਂਦੇ ਕਿ ਪੀਰਾਂ ਦੀ ਪੂਜਾ, ਪੀਰਾਂ ਦੀ ਬੰਦਗੀ ਕਰਨੀ ਕਿਵੇਂ ਹੈ। ਕਿਉਂਕਿ ਸੰਗਤ ਜੀ, ਹਰ ਪੀਰ ਪੈਗੰਬਰ ਜਾਂ ਕੋਈ ਦੇਵੀ ਦੇਵਤਾ ਹੈ ਤਾਂ ਉਸ ਨੂੰ ਮੰਨਣ ਦਾ ਇੱਕ ਵੱਖਰਾ ਢੰਗ ਹੁੰਦਾ ਹੈ। ਜੇਕਰ ਅਸੀਂ ਮਾਂ ਕਾਲੀ ਦੀ ਪੂਜਾ ਕਰਦੇ ਹਾਂ ਤਾਂ ਸੰਗਤ ਜੀ, ਮਾਂ ਕਾਲੀ ਨੂੰ ਖੁਸ਼ ਕਰਨ ਦਾ ਆਪਣਾ ਵੱਖਰਾ ਢੰਗ ਹੈ। ਅਸੀਂ ਲੱਖ ਦਾਤਾ ਪੀਰ ਸਰਕਾਰ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਉਹਨਾਂ ਦੀ ਬੰਦਗੀ ਕਰਦੇ ਹਾਂ ਤਾਂ ਸੰਗਤ ਜੀ, ਇਹਦਾ ਇੱਕ ਵੱਖਰਾ ਢੰਗ ਹੈ। ਸੋ ਹਰ ਪੀਰ ਪੈਗੰਬਰ ਦਾ ਇੱਕ ਵੱਖਰਾ ਢੰਗ ਹੁੰਦਾ ਹੈ ਅਤੇ ਫਿਰ ਜਦੋਂ ਅਸੀਂ ਪੀਰ ਪੈਗੰਬਰਾਂ ਦੇ ਜੋ ਨਿਯਮ ਹੁੰਦੇ ਹਨ ਉਹਨਾਂ ਅਨੁਸਾਰ ਅਸੀਂ ਬੰਦਗੀ ਨਹੀਂ ਕਰਦੇ, ਪੂਜਾ ਪਾਠ ਨਹੀਂ ਕਰਦੇ ਤਾਂ ਸੰਗਤ ਜੀ, ਸਾਨੂੰ ਕਦੇ ਵੀ ਸਾਡਾ ਜੋ ਮਨ ਚਾਹਿਆ ਫਲ ਹੈ ਉਹ ਪ੍ਰਾਪਤ ਨਹੀਂ ਹੁੰਦਾ। ਫਿਰ ਭਗਤ ਵੀ ਸਵਾਲ ਕਰਦੇ ਨੇ, ਕਮੈਂਟ ਕਰਦੇ ਹਨ। ਜਿਵੇਂ 3-4 ਦਿਨ ਪਹਿਲਾਂ ਦੀ ਗੱਲ ਹੈ, ਇੱਕ ਭਗਤ ਦਾ, ਇੱਕ ਸਾਧਕ ਦਾ ਇਹ ਕਮੈਂਟ ਆਇਆ ਸੀ ਕਿ ਪੀਰਾਂ ਨੂੰ ਮੰਨਣ ਦਾ ਕੋਈ ਫਾਇਦਾ ਨਹੀਂ, ਅਸੀਂ ਤਾਂ ਸਾਲਾਂ ਸਾਲ ਤੋਂ ਪੀਰਾਂ ਨੂੰ ਮੰਨ ਰਹੇ ਹਾਂ ਪਰ ਫਿਰ ਵੀ ਸਾਡੀ ਦੁਆ ਬੰਦਗੀ ਪੂਰੀ ਨਹੀਂ ਹੁੰਦੀ। ਅਸੀਂ ਜੋ ਵੀ ਪੀਰਾਂ ਦੀ ਬੰਦਗੀ ਕੀਤੀ ਹੈ ਜਾਂ ਕਹਿ ਲਓ ਅਸੀਂ ਜੋ ਵੀ ਪੀਰਾਂ ਲਈ ਸਮਾਂ ਕੱਢਿਆ ਹੈ, ਅਸੀਂ ਉਸ ਸਮੇਂ ਨੂੰ ਵਿਅਰਥ ਸਮਝਦੇ ਹਾਂ ਕਿਉਂਕਿ ਸਾਡੀ ਫਰਿਆਦ ਨਹੀਂ ਪੂਰੀ ਹੋਈ। ਤਾਂ ਸੰਗਤ ਜੀ, ਤੁਹਾਨੂੰ ਪਹਿਲਾਂ ਇਹ ਗੱਲ ਸਮਝਣੀ ਪਵੇਗੀ ਕਿ ਅੱਜ ਜੋ ਤੁਹਾਡੇ ਜੀਵਨ ਵਿੱਚ ਘਟਨਾਵਾਂ ਘਟ ਰਹੀਆਂ ਨੇ, ਚਾਹੇ ਉਹ ਦੁੱਖ ਹੈ ਅਤੇ ਚਾਹੇ ਸੁੱਖ ਹੈ, ਇਸ ਵਿੱਚ ਐਦਾਂ ਨਹੀਂ ਹੁੰਦਾ ਕਿ ਅਸੀਂ ਜੇ ਬੰਦਗੀ ਕਰ ਲਈਏ ਤਾਂ ਉਹ ਘਟਨਾਵਾਂ ਬਦਲ ਜਾਣ। ਸੰਗਤ ਜੀ, ਕਹਿਣ ਦਾ ਭਾਵ ਕਿ ਅਸੀਂ ਇਸ ਜੀਵਨ ਵਿੱਚ ਜਾਂ ਜੋ ਸਾਨੂੰ ਮਨੁੱਖ ਦਾ ਜੀਵਨ ਮਿਲਿਆ ਹੈ, ਇਹ ਇੱਦਾਂ ਨਹੀਂ ਕਿ ਅਸੀਂ ਪਹਿਲੀ ਵਾਰ ਧਰਤੀ ਉੱਪਰ ਆਏ ਹਾਂ। ਸੰਗਤ ਜੀ, ਅਸੀਂ ਪਤਾ ਨਹੀਂ ਕਿੰਨੇ ਜਨਮਾਂ ਤੋਂ ਇਸ ਧਰਤੀ ਉੱਪਰ ਆਏ ਹਾਂ। ਗੁਰਬਾਣੀ ਵਿੱਚ ਲਿਖਿਆ ਗਿਆ ਹੈ ਕਿ 84 ਲੱਖ ਜੂਨਾਂ ਦੇ ਬਾਅਦ ਸਾਨੂੰ ਇਹ ਮਨੁੱਖ ਦਾ ਜੀਵਨ ਮਿਲਦਾ ਹੈ ਅਤੇ ਸਾਨੂੰ ਨਹੀਂ ਪਤਾ ਕਿ ਅਸੀਂ ਕਿੰਨੇ ਵਾਰ ਮਨੁੱਖ ਬਣੇ ਹਾਂ ਜਾਂ ਕਿੰਨੇ ਵਾਰ ਕੋਈ ਹੋਰ ਜੀਵ ਬਣੇ ਹਾਂ। ਤਾਂ ਸੰਗਤ ਜੀ, ਇਸ ਜੀਵਨ ਵਿੱਚ ਅਸੀਂ ਲੱਖਾਂ ਹੀ ਅਜਿਹੇ ਚੰਗੇ ਕੰਮ ਵੀ ਕਰਦੇ ਹਾਂ ਅਤੇ ਮਾੜੇ ਕੰਮ ਵੀ ਕਰਦੇ ਹਾਂ ਅਤੇ ਕੁਦਰਤ ਦਾ ਇਹ ਪੱਕਾ ਨਿਯਮ ਹੈ ਕਿ ਜੋ ਅਸੀਂ ਬੀਜਾਂਗੇ ਉਸ ਦਾ ਜੋ ਸਾਨੂੰ ਫਲ ਹੈ ਉਹ ਤਾਂ ਭੁਗਤਣਾ ਹੀ ਪਵੇਗਾ। ਐਦਾਂ ਨਹੀਂ ਕਿ ਅਸੀਂ ਪੀਰਾਂ ਦੀ ਬੰਦਗੀ ਕਰ ਲਈ, ਪਰਮਾਤਮਾ ਨੂੰ ਯਾਦ ਕਰ ਲਿਆ ਤਾਂ ਸਾਡਾ ਉਹ ਜਿਹੜਾ ਕਰਮ ਹੈ ਉਹ ਬਦਲ ਜਾਵੇਗਾ। ਐਦਾਂ ਹੋ ਸਕਦਾ ਹੈ ਕਿ ਸਾਡਾ ਜੋ ਦੁੱਖ ਹੈ ਜਾਂ ਸਾਡੇ ਉੱਪਰ ਜੋ ਸਾਡੇ ਕਰਮਾਂ ਅਨੁਸਾਰ ਦੁੱਖ ਹੋਣਾ ਹੈ ਉਹ ਦੁੱਖ ਘਟ ਜਾਵੇ, ਪਰ ਸੰਗਤ ਜੀ, ਕਰਮਾਂ ਦਾ ਕੀਤਾ ਕਰਾਇਆ ਤਾਂ ਜ਼ਰੂਰ ਮਿਲਦਾ ਹੈ, ਚਾਹੇ ਅਸੀਂ ਚੰਗੇ ਕਰਮ ਕੀਤੇ ਹਨ ਚਾਹੇ ਮਾੜੇ। ਪਰ ਫਿਰ ਵੀ ਸੰਗਤ ਜੀ, ਐਦਾਂ ਤਾਂ ਨਹੀਂ ਹੁੰਦਾ ਕਿ ਜੇਕਰ ਸਾਡੀ ਜ਼ਿੰਦਗੀ ਵਿੱਚ ਦੁੱਖ ਆ ਗਿਆ ਤਾਂ ਅਸੀਂ ਆਪਣੇ ਪੀਰਾਂ ਨੂੰ ਹੀ ਦੋਸ਼ ਦੇਣ ਲੱਗ ਜਾਈਏ। ਕਿਉਂਕਿ ਸੰਗਤ ਜੀ, ਅਸੀਂ ਨਹੀਂ ਜਾਣਦੇ ਕਿ ਅਸੀਂ ਕਿਹੜੇ ਪਾਪ ਕੀਤੇ ਨੇ, ਕਿਹੜੇ ਪੁੰਨ ਕੀਤੇ ਨੇ, ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਸਾਡੇ ਹੱਥ ਵਿੱਚ ਇੱਕੋ ਚੀਜ਼ ਹੈ ਕਿ ਜਿਵੇਂ ਮਾਲਕ ਦੀ ਮਰਜ਼ੀ ਹੈ ਅਸੀਂ ਉਸ ਅਨੁਸਾਰ ਕਰਮ ਕਰੀਏ, ਅਸੀਂ ਪਰਮਾਤਮਾ ਨੂੰ ਹਰ ਵੇਲੇ ਯਾਦ ਕਰੀਏ, ਪੀਰਾਂ ਦੀ ਬੰਦਗੀ ਕਰੀਏ ਜਾਂ ਜੋ ਵੀ ਦੇਵੀ ਦੇਵਤਾ, ਜੋ ਪੀਰ ਪੈਗੰਬਰ ਤੁਹਾਡੇ ਦਿਲ ਦੇ ਨੇੜੇ ਹੈ, ਤੁਸੀਂ ਉਸ ਨੂੰ ਸੱਚੇ ਦਿਲੋਂ ਯਾਦ ਕਰੋ। ਦੁੱਖ ਸੁੱਖ ਸੰਗਤ ਜੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿ ਜੋ ਦੁੱਖ ਨੇ ਜ਼ਿੰਦਗੀ ਦਾ ਦੂਜਾ ਨਾਮ ਹੀ ਦੁੱਖ ਹੈ। ਇੱਥੇ ਕੁਝ ਭਗਤ ਜਾਂ ਕੁਝ ਲੋਕ ਅਜਿਹੇ ਨੇ, ਕਿਉਂਕਿ ਅਸੀਂ ਆਪਣੇ ਆਸੇ-ਪਾਸੇ ਵੀ ਦੇਖਦੇ ਹਾਂ ਕਿ ਕਈਆਂ ਕੋਲ ਕਰੋੜਾਂ ਰੁਪਏ ਵੀ ਹੁੰਦੇ ਹਨ ਪਰ ਫਿਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕਹਿ ਲਓ ਚੈਨ ਨਹੀਂ ਹੁੰਦਾ, ਸੁੱਖ ਨਹੀਂ ਹੁੰਦਾ। ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਕਰੋੜਾਂ ਰੁਪਏ ਨਾਲ ਵੀ ਸੁੱਖ ਨਹੀਂ ਖਰੀਦਾ ਜਾ ਸਕਦਾ।
ਜੋ ਸਾਡਾ ਸੁੱਖ ਹੈ ਜਾਂ ਜਿਸ ਸੁੱਖ ਦੀ ਅਸੀਂ ਗੱਲ ਕਰਦੇ ਹਾਂ, ਸੰਗਤ ਜੀ ਉਹ ਸਾਡੇ ਦਿਲ ਦੀ ਤਸੱਲੀ ਹੈ। ਜਿਸ ਦਿਨ ਸਾਡਾ ਮਨ ਟਿਕਾ ਵਿੱਚ ਆ ਗਿਆ ਜਾਂ ਅਸੀਂ ਆਪਣੇ ਮਨ ਨੂੰ ਇਹ ਸਮਝਾ ਲਿਆ ਕਿ ਜੋ ਸਾਡੇ ਕਰਮਾਂ ਦਾ ਲਿਖਿਆ ਹੋਇਆ ਹੈ ਸਾਨੂੰ ਉਹੀ ਮਿਲੇਗਾ, ਪਰ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਜੋ ਸੁੱਖ ਆਏ ਨੇ ਅਸੀਂ ਉਹਨਾਂ ਦਾ ਤਾਂ ਜ਼ਰੂਰ ਧੰਨਵਾਦ ਕਰਨਾ ਹੈ। ਉਹ ਧੰਨਵਾਦ ਕਰਨਾ ਹੈ ਅਸੀਂ ਪਰਮਾਤਮਾ ਦਾ, ਪੀਰਾਂ ਦਾ। ਸੋ ਸੰਗਤ ਜੀ, ਇਹ ਮੈਂ ਖਾਸ ਉਹਨਾਂ ਭਗਤਾਂ ਲਈ ਦੱਸ ਰਿਹਾ ਹਾਂ ਕਿਉਂਕਿ ਆਪਾਂ ਵਿਸ਼ੇ ਉੱਪਰ ਵੀ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਉਹਨਾਂ ਭਗਤਾਂ ਦਾ ਇਹ ਸਵਾਲ ਹੈ ਜਾਂ ਫਿਰ ਜੋ ਭਗਤ ਜੋ ਜ਼ਿਆਦਾਤਰ ਇਹ ਕਮੈਂਟ ਕਰਦੇ ਨੇ ਕਿ ਸਾਡਾ ਦੁੱਖ ਤਾਂ ਜਾ ਹੀ ਨਹੀਂ ਰਿਹਾ। ਸੰਗਤ ਜੀ, ਇੱਕ ਵਾਰ ਫੇਰ ਦੱਸ ਦੇਵਾਂ ਕਿ ਦੁੱਖ ਸੁੱਖ ਸਾਡੇ ਕਰਮਾਂ ਦਾ ਨਤੀਜਾ ਹੈ, ਪਰ ਅਸੀਂ ਆਪਣੇ ਪੀਰਾਂ ਨੂੰ, ਅਸੀਂ ਆਪਣੇ ਪਰਮਾਤਮਾ ਨੂੰ ਤਾਂ ਮਾੜਾ ਨਹੀਂ ਬੋਲ ਸਕਦੇ ਕਿਉਂਕਿ ਜਿੰਨੇ ਵੀ ਪੀਰਾਂ ਦੇ ਭਗਤ ਹੋਏ ਨੇ ਜਾਂ ਸੰਗਤ ਜੀ ਬਾਕੀ ਸਾਡੇ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ 5ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਤਾਂ ਸੰਗਤ ਜੀ ਸਭਨਾਂ ਦੀ ਹੀ ਜ਼ਿੰਦਗੀ ਵਿੱਚ ਦੁੱਖ ਆਇਆ ਹੈ, ਪਰ ਉਹਨਾਂ ਕਦੇ ਵੀ ਪਰਮਾਤਮਾ ਨੂੰ ਉਲਾਂਭਾ ਨਹੀਂ ਦਿੱਤਾ। ਦੁੱਖ ਦੇ ਬਾਵਜੂਦ ਵੀ ਉਹਨਾਂ ਨੇ ਸਦਾ ਹੀ ਪਰਮਾਤਮਾ ਦਾ ਗੁਣਗਾਨ ਕੀਤਾ ਹੈ। ਸੋ ਸੰਗਤ ਜੀ, ਜੋ ਭਗਤ ਜ਼ਿਆਦਾਤਰ ਇਹ ਕਮੈਂਟ ਕਰਦੇ ਹਨ ਕਿ ਸਾਡਾ ਦੁੱਖ ਦੂਰ ਨਹੀਂ ਹੁੰਦਾ, ਤਾਂ ਸੰਗਤ ਜੀ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਸਾਡਾ ਕੰਮ ਹੈ ਕਰਮ ਕਰਨਾ, ਪੀਰਾਂ ਨੂੰ ਧਿਆਉਣਾ, ਉਸ ਪਰਮਾਤਮਾ ਦੀ ਬੰਦਗੀ ਕਰਨਾ। ਜੋ ਦੁੱਖ ਸੁੱਖ ਹੈ ਉਹ ਸਾਡੀ ਜ਼ਿੰਦਗੀ ਵਿੱਚ ਆਉਂਦਾ ਜਾਂਦਾ ਹੈ। ਸੋ ਸੰਗਤ ਜੀ, ਉਮੀਦ ਕਰਦੇ ਹਾਂ ਤੁਸੀਂ ਇਹ ਗੱਲ ਨੂੰ ਸਮਝ ਗਏ ਹੋਵੋਗੇ। ਸੋ ਫਿਰ ਹੁਣ ਗੱਲ ਕਰਦੇ ਹਾਂ ਅੱਜ ਦੇ ਵਿਸ਼ੇ ਬਾਰੇ। ਸੰਗਤ ਜੀ, ਇਹ ਜੋ ਵਿਸ਼ਾ ਹੈ ਇਹ ਉਹਨਾਂ ਭਗਤਾਂ ਲਈ ਹੈ ਜੋ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਹਨ ਜਾਂ ਆਪਣੇ ਘਰ ਵਿੱਚ ਪੀਰਾਂ ਦੀਆਂ ਤਸਵੀਰਾਂ ਲਗਾਉਂਦੇ ਹਨ। ਤਾਂ ਸੰਗਤ ਜੀ 99% ਜਿਹੜੇ ਭਗਤ ਨੇ ਉਹ ਕੀ ਕਰਦੇ ਨੇ, ਉਹ ਕਿਸੇ ਵੀ ਕੋਈ ਤਸਵੀਰ ਪੀਰਾਂ ਦੀ ਆਉਂਦੀ ਹੈ ਉਹ ਸਿੱਧਾ ਹੀ ਉਸ ਨੂੰ ਬਾਜ਼ਾਰ ਵਿੱਚੋਂ ਖਰੀਦ ਕੇ ਆਪਣੇ ਘਰ ਵਿੱਚ ਸਥਾਪਿਤ ਕਰ ਦਿੰਦੇ ਹਨ। ਜਿਵੇਂ ਉਹ ਪੀਰਾਂ ਦੇ ਕਿਸੇ ਦਰਗਾਹ 'ਤੇ ਜਾਂਦੇ ਹਨ, ਪੀਰਾਂ ਦੇ ਕਿਸੇ ਮੇਲੇ 'ਤੇ ਜਾਂਦੇ ਹਨ ਜਾਂ ਫਿਰ ਕਿਸੇ ਵੀ ਬਾਜ਼ਾਰ ਵਿੱਚ ਜਾਂਦੇ ਹਨ, ਉਹਨਾਂ ਨੂੰ ਉੱਥੇ ਪੀਰਾਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹਨ ਜਾਂ ਪੀਰਾਂ ਨਾਲ ਸੰਬੰਧਿਤ ਕਈ ਵਸਤੂਆਂ ਹੋ ਸਕਦੀਆਂ ਹਨ। ਉਹ ਉਸ ਤਰ੍ਹਾਂ ਹੀ ਤਸਵੀਰ ਖਰੀਦ ਕੇ ਆਪਣੇ ਘਰ ਵਿੱਚ ਉਸ ਨੂੰ ਲਗਾ ਦਿੰਦੇ ਹਨ। ਤਾਂ ਸੰਗਤ ਜੀ, ਇਹ ਇੱਕ ਬਿਲਕੁਲ ਗਲਤ ਵਿਧੀ ਹੈ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਫਿਰ ਇਸ ਤਰ੍ਹਾਂ ਕਦੇ ਵੀ ਤੁਹਾਡੇ ਘਰ ਵਿੱਚ ਪੀਰਾਂ ਦਾ ਜੋ ਪਹਿਰਾ ਹੈ ਉਹ ਤਾਂ ਕਦੇ ਵੀ ਨਹੀਂ ਹੋਵੇਗਾ, ਕਿਉਂਕਿ ਪੀਰ ਤਸਵੀਰਾਂ ਵਿੱਚ ਵਾਸ ਨਹੀਂ ਕਰਦੇ। ਪੀਰ ਜਿਸ ਵਿਧੀ ਵਿਧਾਨ ਨਾਲ, ਜੇਕਰ ਅਸੀਂ ਵਿਧੀ ਵਿਧਾਨ ਦੇ ਨਾਲ ਜੋ ਕਿਰਿਆ ਕਰਾਂਗੇ ਸੰਗਤ ਜੀ, ਉਸ ਨਾਲ ਪੀਰਾਂ ਦੀ ਉਪਸਥਿਤੀ ਸਾਡੇ ਘਰ ਵਿੱਚ ਹੁੰਦੀ ਹੈ ਜਾਂ ਪਹਿਰਾ ਸਾਡੇ ਘਰ ਵਿੱਚ ਹੁੰਦਾ ਹੈ। ਕਿਉਂਕਿ ਸੰਗਤ ਜੀ, ਪੂਜਾ ਪਾਠ ਹਰ ਇਨਸਾਨ ਕਰਦਾ ਹੈ, ਹਰ ਭਗਤ ਕਰਦਾ ਹੈ, ਪਰ ਘਰ ਦੇ ਮੰਦਿਰ ਵਿੱਚ ਜਾਂ ਫਿਰ ਜਿੱਥੇ ਅਸੀਂ ਪੀਰਾਂ ਦੀ ਬੰਦਗੀ ਕਰਦੇ ਹਾਂ, ਸੰਗਤ ਜੀ ਜੋ ਤਸਵੀਰਾਂ ਹੁੰਦੀਆਂ ਹਨ, ਵਰਤਦੀਆਂ ਹਨ, ਉਹ ਜ਼ਿਆਦਾਤਰ ਸੰਗਤ ਕੀ ਕਰਦੀ ਹੈ ਕਿ ਜਿਸ ਤਰ੍ਹਾਂ ਹੀ ਬਾਜ਼ਾਰ ਤੋਂ ਖਰੀਦ ਕੇ ਲਿਆਉਂਦੇ ਹਨ ਉਸੇ ਤਰ੍ਹਾਂ ਹੀ ਘਰ ਵਿੱਚ ਲਗਾ ਦਿੰਦੇ ਹਨ। ਅਤੇ ਬਾਕੀ ਸੰਗਤ ਜੀ, ਹੋਰ ਭਗਤ ਕੀ ਗਲਤੀ ਕਰਦੇ ਹਨ ਕਿ ਉਹ ਕਿਸੇ ਵੀ ਦੇਵੀ ਦੇਵਤੇ ਦੀ ਜਾਂ ਪੀਰ ਪੈਗੰਬਰ ਦੀ ਜੋ ਤਸਵੀਰ ਹੈ ਉਹ ਆਪਣੇ ਘਰ ਵਿੱਚ ਲੈ ਆਉਂਦੇ ਹਨ। ਸੰਗਤ ਜੀ, ਯਾਦ ਰੱਖਣਾ, ਜਦੋਂ ਅਸੀਂ ਕਿਸੇ ਪੀਰ ਪੈਗੰਬਰ ਦੀ ਜਾਂ ਦੇਵੀ ਦੇਵਤੇ ਦੀ ਤਸਵੀਰ ਆਪਣੇ ਘਰ ਵਿੱਚ ਲੈ ਕੇ ਆਉਂਦੇ ਹਾਂ ਤਾਂ ਸੰਗਤ ਜੀ ਉਹ ਤਸਵੀਰ, ਉਹ ਦੇਵੀ ਦੇਵਤਾ ਇਹ ਵੀ ਚਾਹੁੰਦਾ ਹੈ ਕਿ ਸਾਡੀ ਤਸਵੀਰ ਤਾਂ, ਕਿ ਇਹ ਸਾਡਾ ਭਗਤ ਸਾਡੀ ਤਸਵੀਰ ਤਾਂ ਆਪਣੇ ਘਰ ਵਿੱਚ ਲੈ ਆਇਆ ਹੈ ਅਤੇ ਹੁਣ ਇਹ ਸਾਡੀ ਬੰਦਗੀ ਵੀ ਕਰੇ, ਸਾਡੀ ਪੂਜਾ ਪਾਠ, ਸਾਡੀ ਸੇਵਾ ਵੀ ਕਰੇ। ਪਰ ਸੰਗਤ ਜੀ, ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕੰਮਕਾਰ ਵਿੱਚ ਇੰਨੇ ਬਿਜ਼ੀ ਹੁੰਦੇ ਹਾਂ ਜਾਂ ਸਾਡਾ ਟਾਈਮ ਹੀ ਨਹੀਂ ਲੱਗਦਾ ਕਿ ਅਸੀਂ ਹਰ ਦੇਵੀ ਦੇਵਤੇ ਨੂੰ ਖੁਸ਼ ਕਰ ਸਕੀਏ। ਸੋ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਇਹ ਕੋਸ਼ਿਸ਼ ਕਰਨਾ ਕਿ ਜਿਸ ਵੀ ਪੀਰ ਪੈਗੰਬਰ ਦੇਵੀ ਦੇਵਤੇ ਨੂੰ ਤੁਸੀਂ ਮੰਨਦੇ ਹੋ ਜਾਂ ਜਿਨ੍ਹਾਂ ਪੀਰ ਪੈਗੰਬਰਾਂ ਵਾਸਤੇ ਤੁਸੀਂ ਟਾਈਮ ਕੱਢ ਸਕਦੇ ਹੋ, ਪੂਜਾ ਪਾਠ ਕਰ ਸਕਦੇ ਹੋ, ਆਏ ਹਫ਼ਤੇ ਵੀਰਵਾਰ ਦੇ ਦਿਨ ਜਾਂ ਜੋ ਵੀ ਕਿਸੇ ਪੀਰ ਫਕੀਰ ਦਾ ਦਿਨ ਆਉਂਦਾ ਹੈ, ਕਿਸੇ ਦੇਵੀ ਦੇਵਤੇ ਦਾ ਦਿਨ ਆਉਂਦਾ ਹੈ, ਉਹਦੇ ਅਨੁਸਾਰ ਜੇਕਰ ਤੁਸੀਂ ਉਹਨਾਂ ਦੀ ਪੂਜਾ ਪਾਠ ਕਰ ਸਕਦੇ ਹੋ, ਸੇਵਾ ਕਰ ਸਕਦੇ ਹੋ, ਤਦ ਹੀ ਆਪਣੇ ਘਰ ਵਿੱਚ ਉਸ ਪੀਰ ਪੈਗੰਬਰ ਦੀ ਤਸਵੀਰ ਲੈ ਕੇ ਆਓ ਜਾਂ ਮੂਰਤੀ ਲੈ ਕੇ ਆਓ। ਦੂਸਰਾ ਸੰਗਤ ਜੀ, ਜੇਕਰ ਤੁਸੀਂ ਕੋਈ ਵੀ ਪੀਰਾਂ ਦੀ ਤਸਵੀਰ ਲੈ ਕੇ ਆਉਂਦੇ ਹੋ ਤਾਂ ਐਦਾਂ ਨਹੀਂ ਕਰਨਾ ਕਿ ਤੁਸੀਂ ਸਿੱਧਾ ਹੀ ਆਪਣੇ ਘਰ ਵਿੱਚ ਰੱਖ ਦਿੱਤੀ। ਸੰਗਤ ਜੀ, ਸਭ ਤੋਂ ਪਹਿਲਾਂ ਤੁਸੀਂ ਕੀ ਕਰ ਸਕਦੇ ਹੋ ਕਿ ਜਿਵੇਂ ਇੱਕ ਗੰਗਾ ਜਲ ਆਉਂਦਾ ਹੈ, ਤੁਸੀਂ ਬਾਜ਼ਾਰ ਵਿੱਚ ਜਾਵੋਗੇ ਤਾਂ ਤੁਹਾਨੂੰ ਉਹ ਤੁਹਾਨੂੰ ਬੋਤਲ ਵਿੱਚ ਬੰਦ ਵੀ ਮਿਲ ਜਾਵੇਗਾ। ਜਾਂ ਫਿਰ ਸੰਗਤ ਜੀ ਕੀ ਕਰ ਸਕਦੇ ਹੋ ਕਿ ਤੁਸੀਂ ਆਪਣੇ ਘਰ ਵਿੱਚ ਕੱਚੀ ਲੱਸੀ ਬਣਾ ਸਕਦੇ ਹੋ ਅਤੇ ਉਸ ਵਿੱਚ ਤੁਸੀਂ ਕੁਝ ਗੁਲਾਬ ਦੇ ਪੱਤੇ ਪਾ ਕੇ ਉਸ ਨਾਲ ਤਸਵੀਰ ਨੂੰ ਸਾਫ਼ ਕਰਕੇ
ਜਾਂ ਧੋ ਕੇ ਉਹਦੇ ਬਾਅਦ ਜੋ ਨਾਲ ਤੁਸੀਂ ਜਿਸ ਵੀ ਪੀਰ ਜਾਂ ਦੇਵੀ ਦੇਵਤੇ ਦੀ ਤੁਸੀਂ ਤਸਵੀਰ ਲਗਾਉਣੀ ਹੈ ਤਾਂ ਸੰਗਤ ਜੀ ਨਾਲ ਵਿਧੀ ਵਿਧਾਨ ਨਾਲ ਤੁਸੀਂ ਉਸ ਦੇਵੀ ਦੇਵਤੇ ਜਾਂ ਪੀਰ ਪੈਗੰਬਰ ਦੇ ਮੰਤਰ ਦਾ ਜਾਪ ਕਰਨਾ ਹੈ। ਜੇ ਕਿਸੇ ਪੀਰ ਪੈਗੰਬਰ ਦੀ ਤੁਸੀਂ ਤਸਵੀਰ ਆਪਣੇ ਘਰ ਵਿੱਚ ਲਗਾਉਂਦੇ ਹੋ ਤਾਂ ਸੰਗਤ ਜੀ ਉਹਨਾਂ ਨੂੰ ਯਾਦ ਕਰ ਲਿਆ, ਜਾਂ ਫਿਰ ਤੁਸੀਂ ਸਿੱਧਾ ਜੈ ਪੀਰਾਂ ਦੀ ਕਹਿ ਕੇ ਵੀ ਉਹ ਤਸਵੀਰ ਨੂੰ ਕੱਚੀ ਲੱਸੀ ਨਾਲ ਸਾਫ਼ ਕਰਕੇ ਫਿਰ ਆਪਣੇ ਘਰ ਵਿੱਚ ਸਥਾਪਿਤ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਸੰਗਤ ਜੀ ਜਿੰਨੇ ਵੀ ਦੇਵੀ ਦੇਵਤੇ ਨੇ, ਪੀਰ ਪੈਗੰਬਰ ਨੇ, ਜਿਹੜੀਆਂ ਵੀ ਤਸਵੀਰਾਂ ਅਸੀਂ ਆਪਣੇ ਘਰ ਵਿੱਚ ਲਗਾਉਂਦੇ ਹਾਂ ਤਾਂ ਸੰਗਤ ਜੀ ਉਹ ਤੁਸੀਂ ਸਿੱਧੀਆਂ ਨਹੀਂ ਲਗਾਉਣੀਆਂ। ਪਹਿਲਾਂ ਉਹਨਾਂ ਦਾ ਕੱਚੀ ਲੱਸੀ ਵਿੱਚ ਇਸ਼ਨਾਨ ਕਰਾਉਣਾ ਹੈ ਤਾਂ ਜੋ ਇੱਕ ਵਿਧੀ ਵਿਧਾਨ ਬਣ ਸਕੇ, ਇੱਕ ਰੂਟੀਨ ਬਣ ਸਕੇ ਕਿ ਅਸੀਂ ਆਪਣੇ ਘਰ ਵਿੱਚ ਕੋਈ ਦੇਵੀ ਦੇਵਤਾ ਲੈ ਕੇ ਆਏ ਹਾਂ। ਕਿਉਂਕਿ ਸੰਗਤ ਜੀ ਅਸੀਂ ਸਿਰਫ ਇਸ ਨੂੰ ਤਸਵੀਰਾਂ ਸਮਝ ਲੈਂਦੇ ਹਾਂ, ਪਰ ਸੰਗਤ ਜੀ ਜਦੋਂ ਅਸੀਂ ਕੋਈ ਦੇਵੀ ਦੇਵਤਾ ਜਾਂ ਪੀਰ ਪੈਗੰਬਰ ਦੀ ਤਸਵੀਰ ਪੀਰਾਂ ਦੀ ਦਰਗਾਹ ਤੋਂ ਲੈ ਕੇ ਆਉਂਦੇ ਹਾਂ, ਜਿਵੇਂ ਮਰੇਲ ਕੋਟਲਿਓ ਲੈ ਕੇ ਆਉਂਦੇ ਹਾਂ ਜਾਂ ਫਿਰ ਨਗਾਹਿਓ ਲੈ ਕੇ ਆਉਂਦੇ ਹਾਂ, ਕਿਸੇ ਵੀ ਪੀਰਾਂ ਦੇ ਦਰਬਾਰ ਤੋਂ ਅਸੀਂ ਤਸਵੀਰ ਲੈ ਕੇ ਆਉਂਦੇ ਹਾਂ ਤਾਂ ਸੰਗਤ ਜੀ ਉਹਨਾਂ ਤਸਵੀਰਾਂ ਵਿੱਚ ਪੀਰਾਂ ਦਾ ਹੀ ਵਾਸ ਹੁੰਦਾ ਹੈ। ਅਤੇ ਜੇਕਰ ਤੁਸੀਂ ਆਪਣੇ ਘਰ ਵਿੱਚ ਪੀਰਾਂ ਦੀ ਤਸਵੀਰ ਸਥਾਪਿਤ ਕਰਨੀ ਹੈ ਤਾਂ ਸੰਗਤ ਜੀ ਇੱਕ ਅਲੱਗ ਕਮਰਾ, ਜਾਂ ਫਿਰ ਜੇਕਰ ਤੁਹਾਡੇ ਘਰ ਥੋੜ੍ਹੇ ਕਮਰੇ ਹਨ ਤਾਂ ਤੁਸੀਂ ਕੀ ਕਰ ਸਕਦੇ ਹੋ ਕਿ ਜਿੱਥੇ ਤੁਸੀਂ ਪੀਰਾਂ ਦੀ ਬੰਦਗੀ ਕਰਨੀ ਹੈ, ਚਿਰਾਗ ਰੋਸ਼ਨ ਕਰਨੇ ਹਨ, ਤਾਂ ਸਭ ਤੋਂ ਪਹਿਲਾਂ ਉਸ ਸਥਾਨ ਨੂੰ ਸਾਫ਼ ਕਰ ਲਓ ਅਤੇ ਫਿਰ ਵਿਧੀ ਵਿਧਾਨ ਨਾਲ ਉਸ ਤਸਵੀਰ ਨੂੰ ਸਾਫ਼ ਕਰਕੇ ਤੁਸੀਂ ਉਸ ਨੂੰ ਸਥਾਪਿਤ ਕਰ ਸਕਦੇ ਹੋ। ਸੰਗਤ ਜੀ ਇਹ ਇੱਕ ਸਹੀ ਢੰਗ ਹੈ। ਐਦਾਂ ਨਹੀਂ ਕਰਨਾ ਕਿਸੇ ਬਾਜ਼ਾਰ ਤੋਂ ਤਸਵੀਰ ਖਰੀਦੇ, ਉਸ ਨੂੰ ਲਿਫਾਫੇ ਵਿੱਚ ਪਾਇਆ ਅਤੇ ਸਿੱਧਾ ਘਰ ਆ ਕੇ ਉਸ ਨੂੰ ਟੰਗ ਦਿੱਤਾ। ਸੰਗਤ ਜੀ ਐਦਾਂ ਨਹੀਂ ਕਰਨਾ, ਕਿਉਂਕਿ ਉਹ ਇੱਕ ਆਮ ਤਸਵੀਰ ਨਹੀਂ ਹੁੰਦੀ। ਉਹ ਸਾਡੇ ਘਰ ਵਿੱਚ ਪੀਰਾਂ ਦਾ ਇੱਕ ਪਹਿਰਾ ਹੁੰਦਾ ਹੈ, ਜਾਂ ਜਿਸ ਵੀ ਪੀਰ ਪੈਗੰਬਰ ਦੀ ਅਸੀਂ ਜੋ ਤਸਵੀਰ ਲੈ ਕੇ ਆਉਂਦੇ ਹਾਂ ਉਹ ਇੱਕ ਤਰ੍ਹਾਂ ਦੇ ਪੀਰ ਹੀ ਹੁੰਦੇ ਹਨ, ਕਿਉਂਕਿ ਸਾਡੇ ਮਨ ਵਿੱਚ ਆਸਥਾ ਹੁੰਦੀ ਹੈ ਉਹ ਤਸਵੀਰ ਨੂੰ ਲੈ ਕੇ, ਕਿਉਂਕਿ ਅਸੀਂ ਤਾਂ ਤਸਵੀਰਾਂ ਵਿੱਚ ਹੀ ਪੀਰਾਂ ਦੇ ਦਰਸ਼ਨ ਕਰਦੇ ਹਾਂ। ਜੇਕਰ ਲੱਖ ਦਾਤਾ ਪੀਰ ਦੀ ਤਸਵੀਰ ਹੈ ਤਾਂ ਸੰਗਤ ਜੀ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਲੱਖ ਦਾਤਾ ਪੀਰ ਨੇ। ਸੋ ਸੰਗਤ ਜੀ ਜਿਸ ਵੀ ਕੰਮ ਵਿੱਚ ਆਸਥਾ ਸਥਾਪਿਤ ਹੋ ਜਾਂਦੀ ਹੈ ਜਾਂ ਵਿਸ਼ਵਾਸ ਸਥਾਪਿਤ ਹੋ ਜਾਂਦਾ ਹੈ ਤਾਂ ਸੰਗਤ ਜੀ ਉੱਥੇ ਪੀਰਾਂ ਦਾ ਪਹਿਰਾ ਹੋ ਜਾਂਦਾ ਹੈ। ਇਸ ਲਈ ਇਹ ਨਿੱਕੀ ਜਿਹੀ ਗੱਲ ਹੈ ਪਰ ਬੜੀ ਜ਼ਰੂਰੀ ਹੈ ਕਿ ਐਦਾਂ ਤੁਸੀਂ ਆਪਣੇ ਘਰ ਵਿੱਚ ਕਿਸੇ ਵੀ ਤਸਵੀਰ ਨੂੰ ਲਿਆ ਕੇ ਨਹੀਂ ਰੱਖਣਾ। ਸਭ ਤੋਂ ਪਹਿਲਾਂ ਜੇਕਰ ਤੁਸੀਂ ਰੱਖਣਾ ਹੈ ਤਾਂ ਉਹਦਾ ਤੁਸੀਂ ਕੱਚੀ ਲੱਸੀ ਨਾਲ ਇਸ਼ਨਾਨ ਕਰਵਾ ਕੇ ਸਹੀ ਵਿਧੀ ਵਿਧਾਨ ਪੂਰਵਕ ਉਸ ਨੂੰ ਆਪਣੇ ਘਰ ਵਿੱਚ ਲਗਾ ਸਕਦੇ ਹੋ। ਦੂਜਾ ਸੰਗਤ ਜੀ ਜਿਵੇਂ ਪਹਿਲਾਂ ਹੀ ਦੱਸਿਆ ਹੈ ਕਿ ਜਿਸ ਵੀ ਤੁਸੀਂ ਦੇਵੀ ਦੇਵਤੇ ਦੀ, ਪੀਰ ਪੈਗੰਬਰ ਦੀ ਪੂਜਾ ਕਰ ਸਕਦੇ ਹੋ, ਉਹਨਾਂ ਲਈ ਟਾਈਮ ਕੱਢ ਸਕਦੇ ਹੋ ਜਾਂ ਤੁਸੀਂ ਭੋਗ ਦੇ ਸਕਦੇ ਹੋ, ਉਸੇ ਹੀ ਤੁਸੀਂ ਪੀਰ ਪੈਗੰਬਰ ਦੀ ਤਸਵੀਰ ਆਪਣੇ ਘਰ ਵਿੱਚ ਲਗਾਉਣੀ ਹੈ। ਕਿਉਂਕਿ ਕੀ ਹੁੰਦਾ ਹੈ ਕਿ ਅਸੀਂ ਆਪਣੇ ਘਰ ਵਿੱਚ ਕਿਸੇ ਵੀ ਪੀਰ ਪੈਗੰਬਰ ਦੀ ਤਸਵੀਰ ਲੈ ਆਉਂਦੇ ਹਾਂ, ਦੇਵੀ ਦੇਵਤੇ ਦੀ ਤਸਵੀਰ ਲੈ ਆਉਂਦੇ ਹਾਂ, ਪਰ ਅੱਗੇ ਜਾ ਕੇ ਕੀ ਹੁੰਦਾ ਹੈ, ਅਸੀਂ ਉਸ ਦੇਵੀ ਦੇਵਤੇ ਦੀ ਪੂਜਾ ਪਾਠ ਜਾਂ ਬੰਦਗੀ ਨਹੀਂ ਕਰਦੇ ਜਾਂ ਸੇਵਾ ਨਹੀਂ ਕਰਦੇ ਤਾਂ ਸੰਗਤ ਜੀ ਉਹੀ ਦੇਵੀ ਦੇਵਤਾ ਫਿਰ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ। ਕਿਉਂਕਿ ਜਦੋਂ ਉਹ ਸਾਨੂੰ ਤੰਗ ਕਰੇਗਾ ਫਿਰ ਹੀ ਸਾਡਾ ਧਿਆਨ ਉਸ ਦੇਵੀ ਦੇਵਤੇ ਵੱਲ ਜਾਵੇਗਾ ਅਤੇ ਫਿਰ ਹੀ ਅਸੀਂ ਉਹਦੀ ਬੰਦਗੀ ਕਰਾਂਗੇ। ਇਸ ਲਈ ਸੰਗਤ ਜੀ ਤੁਸੀਂ ਪਹਿਲਾਂ ਹੀ ਕੋਸ਼ਿਸ਼ ਕਰਨਾ ਕਿ ਜਿੰਨਾ ਹੀ ਪੀਰਾਂ ਪੈਗੰਬਰਾਂ ਜਾਂ ਦੇਵੀ ਦੇਵਤਿਆਂ ਦੀ ਤੁਸੀਂ ਪੂਜਾ ਕਰ ਸਕਦੇ ਹੋ ਉਹਨਾਂ ਨੂੰ ਹੀ ਆਪਣੇ ਘਰ ਵਿੱਚ ਸਥਾਪਿਤ ਕਰੋ। ਦੂਸਰਾ ਸੰਗਤ ਜੀ ਕਈ ਭਗਤ ਕੀ ਗਲਤੀ ਕਰਦੇ ਹਨ, ਚਲੋ ਕਈ ਭਗਤਾਂ ਦੇ ਘਰ ਵਿੱਚ ਇੰਨਾ ਸਥਾਨ ਨਹੀਂ ਹੁੰਦਾ ਕਿ ਉਹ ਪੀਰਾਂ ਦਾ ਅਲੱਗ ਕਮਰਾ ਬਣਾ ਸਕਣ ਜਾਂ ਪੀਰਾਂ ਲਈ ਅਲੱਗ ਪੂਜਾ ਦਾ ਸਥਾਨ ਬਣਾ ਸਕਣ। ਪਰ ਸੰਗਤ ਜੀ ਤੁਸੀਂ ਫਿਰ ਵੀ ਕੋਸ਼ਿਸ਼ ਕਰਨਾ ਕਿ ਜਦੋਂ ਅਸੀਂ ਘਰ ਵਿੱਚ ਕੋਈ ਖਾਣ ਪੀਣ ਵਾਲੀ ਚੀਜ਼ ਜਾਂ ਕੋਈ ਜੂਠਾ ਬਰਤਨ ਜਾਂ ਕੋਈ ਵੀ ਅਸੀਂ ਚੀਜ਼ ਖਾਂਦੇ ਹਾਂ ਤਾਂ ਸੰਗਤ ਜੀ ਕੋਸ਼ਿਸ਼ ਕਰਨਾ ਕਿ ਉਸ ਕਮਰੇ ਵਿੱਚ ਤੁਸੀਂ ਜੂਠੇ ਬਰਤਨ ਨਹੀਂ ਰੱਖਣੇ। ਜੇਕਰ ਤੁਹਾਡਾ ਇੱਕ ਹੀ ਕਮਰਾ ਹੈ ਚਲੋ ਤੁਸੀਂ ਉੱਥੇ ਭੋਜਨ ਕਰ ਸਕਦੇ ਹੋ, ਪਰ ਸੰਗਤ ਜੀ ਕੋਸ਼ਿਸ਼ ਕਰਨਾ ਕਿ ਨਾਲ ਦੀ ਨਾਲ ਹੀ ਤੁਸੀਂ ਜੂਠੇ ਬਰਤਨ ਹਨ ਉਹ ਤੁਸੀਂ ਪੀਰਾਂ ਦੇ ਸਥਾਨ ਤੋਂ ਦੂਰ ਕਰ ਦੇਣੇ ਹਨ। ਅਤੇ ਬਾਕੀ ਸੰਗਤ ਜੀ ਕਈ ਭਗਤ ਜਿਨ੍ਹਾਂ ਦੇ ਘਰ ਵਿੱਚ ਨਸ਼ੇ ਦਾ ਪ੍ਰਯੋਗ ਹੁੰਦਾ ਹੈ, ਸੰਗਤ ਜੀ ਸਭ ਤੋਂ ਪਹਿਲਾਂ ਤਾਂ ਪੀਰਾਂ ਦੇ ਇਸ ਨਿਯਮ ਵਿੱਚ, ਪੀਰਾਂ ਦੀ ਬੰਦਗੀ ਵਿੱਚ
ਨਸ਼ਾ ਕਰਨ ਦੀ ਸਖਤ ਮਨਾਹੀ ਹੈ, ਕਿਉਂਕਿ ਜੇਕਰ ਤੁਸੀਂ ਨਸ਼ਾ ਕਰਦੇ ਹੋ ਤਾਂ ਫਿਰ ਇਹ ਇੱਕ ਤਰ੍ਹਾਂ ਦਾ ਪੀਰਾਂ ਦਾ ਅਪਮਾਨ ਹੁੰਦਾ ਏ। ਪਰ ਫਿਰ ਵੀ ਸੰਗਤ ਜੀ, ਕੋਸ਼ਿਸ਼ ਕਰਨਾ ਕਿ ਕੋਈ ਵੀ ਨਸ਼ਾ ਵਗੈਰਾ ਤੁਸੀਂ ਪੂਜਾ ਦੇ ਕਮਰੇ ਵਿੱਚ ਜਾਂ ਬੰਦਗੀ ਵਾਲੇ ਕਮਰੇ ਵਿੱਚ, ਜਿੱਥੇ ਤੁਸੀਂ ਚਿਰਾਗ ਰੋਸ਼ਨ ਕਰਦੇ ਹੋ, ਉੱਥੇ ਨਹੀਂ ਲੈ ਕੇ ਜਾਣਾ। ਜੇਕਰ ਤੁਸੀਂ ਉੱਥੇ ਨਸ਼ਾ ਲਿਜਾਂਦੇ ਹੋ ਤਾਂ ਸੰਗਤ ਜੀ, ਇਹ ਪੀਰਾਂ ਦਾ ਇੱਕ ਘੋਰ ਅਪਮਾਨ ਹੁੰਦਾ ਏ, ਜਿਸ ਦੇ ਨਤੀਜੇ ਤੁਹਾਨੂੰ ਅੱਗੇ ਜਾ ਕੇ ਫਿਰ ਭੁਗਤਣੇ ਪੈ ਸਕਦੇ ਹਨ। ਸੋ ਸੰਗਤ ਜੀ, ਪੀਰਾਂ ਦੇ ਕਮਰੇ ਵਿੱਚ ਜਾਂ ਚਿਰਾਗਾਂ ਵਾਲੇ ਕਮਰੇ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਵਗੈਰਾ ਤੁਸੀਂ ਨਹੀਂ ਲੈ ਕੇ ਜਾਣਾ। ਇੱਕ ਸੰਗਤ ਜੀ, ਤੀਜੀ ਗੱਲ ਕਿ ਅਸੀਂ ਪੂਜਾ ਵਾਲੇ ਸਥਾਨ 'ਤੇ ਜਾਂ ਫਿਰ ਬੰਦਗੀ ਵਾਲੇ ਕਮਰੇ ਵਿੱਚ ਜੋ ਸਾਡੇ ਜੋੜੇ ਹਨ, ਸਾਡੀਆਂ ਚੱਪਲਾਂ ਹਨ, ਬੂਟ ਹਨ, ਤਾਂ ਸੰਗਤ ਜੀ ਉਹ ਅਸੀਂ ਨਹੀਂ ਲੈ ਕੇ ਜਾਣੇ। ਜੇਕਰ ਬੰਦਗੀ ਵਾਲੇ ਕਮਰੇ ਵਿੱਚ ਤੁਹਾਡੀ ਕੋਈ ਜ਼ਰੂਰੀ ਚੀਜ਼ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਕਿ ਬਾਹਰ ਤੁਸੀਂ ਉਹਨਾਂ ਜੋੜਿਆਂ ਨੂੰ ਉਤਾਰ ਸਕਦੇ ਹੋ ਅਤੇ ਫਿਰ ਬੰਦਗੀ ਵਾਲੇ ਕਮਰੇ ਵਿੱਚ ਪ੍ਰਵੇਸ਼ ਕਰ ਸਕਦੇ ਹੋ। ਸੋ ਸੰਗਤ ਜੀ, ਇਹ 3-4 ਨਿੱਕੀਆਂ ਗੱਲਾਂ ਜੋ ਕਿ ਬੜੀਆਂ ਆਮ ਨੇ, ਪਰ ਸੰਗਤ ਜੀ ਇਹੀ ਸਾਡੀ ਬੰਦਗੀ ਵਿੱਚ ਬੜਾ ਹੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਕਿਉਂਕਿ ਸੰਗਤ ਜੀ, ਸਾਡੇ ਜੋ ਪੀਰ ਨੇ ਉਹ ਬੱਚਿਆਂ ਦੇ ਵਾਂਗ ਹੁੰਦੇ ਹਨ, ਬੜੀ ਹੀ ਜਲਦੀ ਖੁਸ਼ ਹੋ ਜਾਂਦੇ ਹਨ ਅਤੇ ਬੜੀ ਹੀ ਜਲਦੀ ਇਹ ਨਾਰਾਜ਼ ਵੀ ਹੋ ਜਾਂਦੇ ਹਨ। ਇਸ ਲਈ ਸੰਗਤ ਜੀ, ਕੋਸ਼ਿਸ਼ ਕਰਨਾ ਕਿ ਜਿੰਨਾ ਤੁਸੀਂ ਨਿਯਮਾਂ ਦੇ ਵਿੱਚ ਰਹਿ ਕੇ ਚੱਲ ਸਕਦੇ ਹੋ, ਉਹਨਾਂ ਨਿਯਮਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਿਓ। ਸੋ ਸੰਗਤ ਜੀ, ਉਮੀਦ ਕਰਦੇ ਹਾਂ ਕਿ ਤੁਸੀਂ ਇਸ ਪੈਗਾਮ ਨੂੰ ਸਮਝ ਚੁੱਕੇ ਹੋਵੋਗੇ ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਜਾਂ ਪ੍ਰਸ਼ਨ ਹੈ ਜੋ ਤੁਸੀਂ ਪੀਰਾਂ ਦੇ ਰਿਲੇਟਡ ਜਾਂ ਪੀਰਾਂ ਦੇ ਸੰਬੰਧਿਤ ਪੁੱਛਣਾ ਚਾਹੁੰਦੇ ਹੋ ਤਾਂ ਸੰਗਤ ਜੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਅਸੀਂ ਅਗਲੀ ਵੀਡੀਓ ਵਿੱਚ ਤੁਹਾਡੇ ਉਸ ਸਵਾਲ ਦਾ ਜਵਾਬ ਵੀ ਦੇਵਾਂਗੇ। ਸੋ ਸਾਰੀਆਂ ਹੀ ਸੰਗਤਾਂ ਨੂੰ ਜੈ ਪੀਰਾਂ ਦੀ। ਪੀਰ ਤੁਹਾਡੇ ਸਿਰ ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖਣ।